ਅੱਜ-ਕੱਲ੍ਹ ਆਸ਼ਾ ਜੀ ਅਤੇ ਉਹਨਾਂ ਦੇ ਪਤੀ ਰਮੇਸ਼ ਜੀ ਆਪਣੇ ਪੁੱਤ ਨੂੰਹ ਦੇ ਘਰ ਆਏ ਹੋਏ ਸੀ। ਆਸ਼ਾ ਜੀ ਦਾ ਪੁੱਤ ਜਸਵੀਰ ਆਪਣੇ ਦਫ਼ਤਰ ਦੇ ਕੰਮ ਵਿੱਚ ਇੰਨਾ ਵਿਅਸਤ ਰਹਿੰਦਾ ਹੈ ਕਿ ਆਪਣੇ ਮਾਂ-ਬਾਪ ਨਾਲ ਵੀ ਗੱਲ ਕਰਨੇ ਦਾ ਵੀ ਉਹ ਟਾਈਮ ਨਹੀਂ ਕੱਢ ਪਾਉਂਦਾ ਅਤੇ ਜੇਕਰ ਕਦੀ ਆਸ਼ਾ ਜੀ ਉਸ ਨੂੰ ਕੁਝ ਪੁੱਛਣਾ ਚਾਹੇ ਜਾਂ ਗੱਲ ਕਰਨਾ ਚਾਹੇ ਤਾਂ ਉਹ ਗੁੱਸੇ ਨਾਲ ਜਵਾਬ ਦਿੰਦਾ ਹੈ, "ਕਿਆ ਮਾਂ ਤੁਸੀਂ ਤਾਂ ਸਾਰਾ ਦਿਨ ਘਰ ਪਰ ਖਾਲੀ ਬੈਠੀ ਰਹਿੰਦੀ ਹੋ, ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਜਿਸ ਨੂੰ ਮੈਂ ਤੁਹਾਡੇ ਨਾਲ ਬਰਬਾਦ ਕਰਾਂ। ਮੈਨੂੰ ਦਫ਼ਤਰ ਦਾ ਵੀ ਹਾਲੇ ਬਹੁਤ ਕੰਮ ਕਰਨਾ ਹੈ। ਇਸ ਤਰ੍ਹਾਂ ਮੈਨੂੰ ਪਰੇਸ਼ਾਨ ਨਾ ਕਰਿਆ ਕਰੋ।" ਨੂੰ ਵੀ ਕੁਝ ਘੱਟ ਨਹੀਂ ਸੀ। ਦਰਅਸਲ ਜਸਵੀਰ ਦੇ ਮਨ ਵਿੱਚ ਉਸ ਦੇ ਮਾਤਾ-ਪਿਤਾ ਦੇ ਖਿਲਾਫ਼ ਉਲਟੀ-ਸਿੱਧੀ ਗੱਲਾਂ ਕਰਕੇ ਨੂੰਹ ਨੇ ਹੀ ਜ਼ਹਿਰ ਭਰ ਦਿੱਤਾ ਸੀ। ਆਸ਼ਾ ਜੀ ਆਪਣੇ ਪੁੱਤ ਨੂੰਹ ਦੇ ਇਸ ਵਿਵਹਾਰ ਤੋਂ ਬਹੁਤ ਦੁਖੀ ਰਹਿੰਦੀ, ਪਰ ਆਪਣੀ ਕਿਸਮਤ ਸਮਝ ਕੇ ਮਨ ਮਹਿਸੂਸ ਕਰ ਰਹਿ ਜਾਂਦੀ। ਆਸ਼ਾ ਜੀ ਆਪਣੇ ਪੁਰਾਣੇ ਸਮੇਂ ਦੀ ਯਾਦਾਂ ਵਿੱਚ ਗੁਆਚੀ ਹੋਈ ਸੀ। ਕਿੰਨੇ ਵੱਡੇ ਅਹੁਦੇ ਪਰ ਕੰਮ ਕਰਦੇ ਸੀ ਜਸਵੀਰ ਦੇ ਪਿਤਾ ਜੀ। ਦਫ਼ਤਰ ਅਤੇ ਪਰਿਵਾਰ ਦੋਨਾਂ ਦੀ ਜ਼ਿੰਮੇਵਾਰੀ ਬਹੁਤ ਚੰਗੇ ਨਾਲ ਸੰਭਾਲਦੇ ਸੀ। ਫਿਰ ਵੀ ਉਹਨਾਂ ਨੇ ਹਮੇਸ਼ਾ ਆਪਣੇ ਬੱਚਿਆਂ ਨੂੰ ਵੀ ਟਾਈਮ ਦਿੱਤਾ ਅਤੇ ਮਾਤਾ-ਪਿਤਾ ਨੂੰ ਵੀ। ਸਭ ਦੇ ਨਾਲ ਪਿਆਰ ਨਾਲ ਗੱਲਾਂ ਕਰਦੇ ਸੀ ਅਤੇ ਆਪਣੇ ਮਾਂ-ਬਾਪ ਦੀ ਭਾਵਨਾਵਾਂ ਦੀ ਵੀ ਕਦਰ ਕਰਦੇ ਸੀ। ਪਰ ਸਾਡੇ ਪੁੱਤ ਨੂੰ ਸਾਡੀ ਭਾਵਨਾਵਾਂ ਨੂੰ ਤਾਂ ਕਿਆ ਸਮਝਣਗੇ। ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਜਾਂਦੀ ਉਹਨਾਂ ਤੋਂ। ਰਸੋਈ ਘਰ ਦਾ ਸਾਰਾ ਕੰਮ ਆਸ਼ਾ ਜੀ ਹੀ ਕਰਦੀ ਸੀ, ਪਰ ਫਿਰ ਵੀ ਉਹਨਾਂ ਦੀ ਨੂੰਹ ਹਮੇਸ਼ਾ ਇਹ ਜਤਾਉਂਦੀ ਸੀ ਕਿ ਘਰ ਦਾ ਸਾਰਾ ਕੰਮ ਉਹੀ ਕਰਦੀ ਹੈ। ਕਈ ਵਾਰ ਆਸ਼ਾ ਜੀ ਨੇ ਆਪਣੀ ਨੂੰਹ ਨੂੰ ਆਪਣੀ ਮਾਂ ਦੇ ਨਾਲ ਗੱਲਾਂ ਕਰਦੇ ਹੋਏ ਸੁਣਿਆ ਸੀ ਅਤੇ ਹਮੇਸ਼ਾ ਨੂੰਹ ਇਹ ਕਹਿੰਦੇ ਹੋਏ ਹੀ ਮਿਲਦੀ ਸੀ, "ਇੱਕ ਤਾਂ ਬੱਚੇ ਦੀ ਪੜ੍ਹਾਈ ਹੈ, ਉੱਪਰ ਤੋਂ ਘਰ ਦਾ ਇੰਨਾ ਸਾਰਾ ਕੰਮ ਅਤੇ ਤੀਸਰਾ ਮੇਰੇ ਸੱਸ-ਸਹੁਰਾ ਮੇਰੇ ਸਿਰ 'ਤੇ ਆ ਕੇ ਬੈਠ ਗਏ ਹਨ। ਇੰਨਾ ਵੀ ਨਹੀਂ ਸਮਝਦੇ ਕਿ ਬੇਚਾਰੀ ਇਕੱਲੀ ਜਾਨ ਕਿਆ-ਕਿਆ ਕਰੇਗੀ।" ਬੱਚੇ ਦੇ ਇਮਤਿਹਾਨ ਦੇ ਸਮੇਂ ਵੀ ਉਹ ਹਮੇਸ਼ਾ ਆਪਣੇ ਪਤੀ ਨੂੰ ਕਹਿੰਦੀ ਕਿ ਆਪਣੇ ਮਾਂ-ਬਾਪ ਨੂੰ ਉਹਨਾਂ ਦੇ ਘਰਾਂ ਛੱਡ ਆਓ। "ਜੇਕਰ ਮੇਰੇ ਬੱਚੇ ਦਾ ਇਮਤਿਹਾਨ ਚੰਗਾ ਨਹੀਂ ਗਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।" ਆਸ਼ਾ ਜੀ ਸਭ ਜਾਣਦੀ ਸੀ, ਪਰ ਆਪਣੇ ਪਤੀ ਦੀ ਤਬੀਅਤ ਦੇਖਦੇ ਹੋਏ ਆਪਣੇ ਮੂੰਹ ਪਰ ਤਾਲਾ ਲਗਾਈ ਹੋਈ ਸੀ। ਵੈਸੇ ਤਾਂ ਆਸ਼ਾ ਜੀ ਹਰ ਕੰਮ ਵਿੱਚ ਉਸਦੀ ਮਦਦ ਕਰਦੀ ਸੀ, ਪਰ ਫਿਰ ਵੀ ਨੂੰਹ ਨੂੰ ਉਹਨਾਂ ਨੂੰ ਘਰ ਤੋਂ ਨਿਕਲਵਾਉਣੇ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਸੀ। ਦਰਅਸਲ ਆਸ਼ਾ ਜੀ ਆਪਣੇ ਪਤੀ ਦੇ ਇਲਾਜ ਦੇ ਲਈ ਨੂੰਹ-ਪੁੱਤ ਦੇ ਘਰ ਸ਼ਹਿਰ ਵਿੱਚ ਆ ਕੇ ਰਹਿ ਰਹੀ ਸੀ, ਕਿਉਂਕਿ ਪਿੰਡ ਤੋਂ ਰੋਜ਼-ਰੋਜ਼ ਉਹਨਾਂ ਦਾ ਇੰਨੀ ਦੂਰ ਆਉਣਾ ਤਾਂ ਸੰਭਵ ਨਹੀਂ ਸੀ। ਆਸ਼ਾ ਜੀ ਨੂੰ ਗੋਡਿਆਂ ਵਿੱਚ ਵੀ ਤਕਲੀਫ਼ ਰਹਿੰਦੀ ਸੀ, ਪਰ ਇੰਨਾ ਸਭ ਹੋਣੇ ਦੇ ਬਾਵਜੂਦ ਵੀ ਉਹ ਕਦੀ ਸ਼ਿਕਾਇਤ ਨਹੀਂ ਕਰਦੀ ਸੀ। ਕਦੀ-ਕਦੀ ਜ਼ਿਆਦਾ ਉਦਾਸ ਹੋ ਜਾਂਦੀ ਸੀ ਤਾਂ ਉਹਨਾਂ ਦਾ ਪੋਤੇ ਦੇ ਨਾਲ ਖੇਲਣੇ ਨੂੰ ਮਨ ਕਰਦਾ, ਪਰ ਉਸੀ ਸਮੇਂ ਨੂੰਹ ਚੀਕ ਕੇ ਬੋਲਦੀ, "ਤੁਹਾਡੀ ਹਿੰਮਤ ਕਿਵੇਂ ਹੋਈ ਮੇਰੇ ਪੁੱਤ ਨੂੰ ਹੱਥ ਲਗਾਉਣ ਦੀ? ਚੁੱਪਚਾਪ ਆਪਣੇ ਕਮਰੇ ਵਿੱਚ ਹੀ ਪਈ ਰਹੋ।" ਆਸ਼ਾ ਜੀ ਨੂੰ ਹੁਣ ਆਪਣੀ ਜ਼ਿੰਦਗੀ ਬੋਝ ਜਿਹੀ ਲੱਗਣ ਲੱਗੀ ਸੀ। ਸੋਚਣ ਲੱਗੀ ਕਿ ਮੇਰੇ ਪਤੀ ਕਿਆ ਬਿਮਾਰ ਪਏ, ਮੇਰੇ ਨਾਲ ਦੋ ਸ਼ਬਦ ਪਿਆਰ ਦੇ ਬੋਲਣ ਵਾਲਾ ਵੀ ਕੋਈ ਨਹੀਂ ਹੈ। ਆਸ਼ਾ ਜੀ ਦੇ ਪਤੀ ਦਾ 10 ਦਿਨ ਬਾਅਦ ਆਪਰੇਸ਼ਨ ਹੋਣਾ ਸੀ ਅਤੇ ਆਸ਼ਾ ਜੀ ਦੇ ਗੋਡਿਆਂ ਵਿੱਚ ਇੰਨਾ ਜ਼ਿਆਦਾ ਦਰਦ ਸੀ ਕਿ ਉਹ ਚੱਲ ਵੀ ਠੀਕ ਨਾਲ ਨਹੀਂ ਪਾ ਰਹੀ ਸੀ। ਅੱਜ ਐਤਵਾਰ ਸੀ ਤਾਂ ਪੁੱਤ ਵੀ ਘਰ ਪਰ ਹੀ ਸੀ, ਇਸ ਲਈ ਆਸ਼ਾ ਜੀ ਨੇ ਪੁੱਤ ਨੂੰ ਕਿਹਾ ਕਿ ਮੈਨੂੰ ਹੌਸਪੀਟਲ ਤੱਕ ਛੱਡ ਦੇ, ਤੇਰੇ ਪਿਤਾ ਜੀ ਦੀ ਰਿਪੋਰਟ ਦਿਖਾਉਣੀ ਹੈ। ਪਰ ਪੁੱਤ ਨੇ ਸਾਫ਼ ਇਨਕਾਰ ਕਰ ਦਿੱਤਾ। "ਕਿਆ ਮਾਂ ਇੱਕ ਐਤਵਾਰ ਦੀ ਹੀ ਤਾਂ ਛੁੱਟੀ ਮਿਲਦੀ ਹੈ, ਉਸ ਵਿੱਚ ਵੀ ਤੁਸੀਂ ਪਰੇਸ਼ਾਨ ਕਰਨ ਲੱਗ ਜਾਂਦੀ ਹੋ। ਰਿਕਸ਼ਾ ਕਰਕੇ ਚੱਲ ਜਾਓ।"
ਇਹ ਬੋਲਦੇ ਹੋਏ ਜਸਵੀਰ ਆਪਣੇ ਕਮਰੇ ਵਿੱਚ ਵਾਪਿਸ ਚੱਲ ਗਿਆ ਅਤੇ ਜਾ ਕੇ ਲੇਟ ਗਿਆ। ਜਿਵੇਂ ਹੀ ਆਸ਼ਾ ਜੀ ਦਰਵਾਜ਼ੇ ਦੀ ਤਰਫ ਵੱਧ ਰਹੀ ਸੀ, ਇੰਨੇ ਵਿੱਚ ਨੂੰਹ ਦੀ ਆਵਾਜ਼ ਆਈ, "ਇਹ ਜੀ ਸੁਣਦੇ ਹੋ, ਮੈਨੂੰ ਗੱਡੀ ਤੋਂ ਪਾਰਲਰ ਛੱਡ ਦਿਓ, ਬਾਹਰ ਬਹੁਤ ਤੇਜ਼ ਧੁੱਪ ਹੈ।" "ਠੀਕ ਹੈ, ਤੂੰ ਤਿਆਰ ਹੋ ਜਾ," ਅੰਦਰ ਤੋਂ ਆਵਾਜ਼ ਆਈ। ਇਹ ਦੇਖ ਕੇ ਆਸ਼ਾ ਜੀ ਭਰੀ ਅੱਖਾਂ ਲਿੱਤੇ ਬਾਹਰ ਨਿਕਲ ਗਈ ਅਤੇ ਰਿਕਸ਼ਾ ਲੱਭਣ ਲੱਗੀ। ਲੰਗੜਾ ਕੇ ਤੁਰ ਰਹੀ ਸੀ ਤਾਂ ਪਿੱਛੇ ਤੋਂ ਹੀ ਇੱਕ ਰਿਕਸ਼ਾ ਵਾਲਾ ਆ ਕੇ ਰੁਕਿਆ ਤੇ ਬੋਲਿਆ, "ਮਾਂ ਜੀ, ਲੱਗਦਾ ਹੈ ਤੁਹਾਡੀ ਲੱਤਾਂ ਵਿੱਚ ਤਕਲੀਫ ਹੈ। ਚਲੋ ਮੈਂ ਤੁਹਾਨੂੰ ਛੱਡ ਦਿੰਦਾ ਹਾਂ।" ਆਸ਼ਾ ਜੀ ਉਸ ਦਾ ਧੰਨਵਾਦ ਕਰਦੇ ਹੋਏ ਰਿਕਸ਼ੇ ਵਿੱਚ ਬੈਠ ਗਈ ਅਤੇ ਮਨ ਹੀ ਮਨ ਉਸ ਨੂੰ ਦੁਆਵਾਂ ਦੇਣ ਲੱਗੀ। ਹਸਪਤਾਲ ਪਹੁੰਚ ਕੇ ਜਦ ਉਸ ਨੂੰ ਪੈਸੇ ਦੇਣੇ ਚਾਹੇ ਤਾਂ ਰਿਕਸ਼ੇ ਵਾਲਾ ਬੋਲਿਆ, "ਮਾਂ ਜੀ, ਇੰਨੀ ਧੁੱਪ ਵਿੱਚ ਤੁਸੀਂ ਪੈਦਲ ਦੁਬਾਰਾ ਕਿਵੇਂ ਜਾਓਗੀ? ਤੁਸੀਂ ਹੋ ਕੇ ਆਓ, ਮੈਂ ਤੁਹਾਡੇ ਲਈ ਇੱਥੇ ਹੀ ਖੜਾ ਹਾਂ, ਤੁਹਾਨੂੰ ਵਾਪਿਸ ਵੀ ਛੱਡ ਦੇਵਾਂਗਾ।" ਰਿਕਸ਼ੇ ਵਾਲੇ ਦੇ ਪਿਆਰ ਭਰੇ ਦੋ ਸ਼ਬਦ ਆਸ਼ਾ ਜੀ ਦੇ ਦਿਲ ਨੂੰ ਛੂਹ ਗਏ। ਜਦ ਤੱਕ ਆਸ਼ਾ ਜੀ ਦੇ ਪਤੀ ਠੀਕ ਠਾਕ ਸੀ, ਤਦ ਤੱਕ ਮਜਾਲ ਹੈ ਕੋਈ ਉਹਨਾਂ ਦੇ ਉੱਪਰ ਉਂਗਲੀ ਵੀ ਚੁੱਕ ਲਵੇ, ਪਰੰਤੂ ਜਦ ਤੋਂ ਉਹਨਾਂ ਦਾ ਐਕਸੀਡੈਂਟ ਹੋਇਆ ਹੈ, ਜਦ ਤੋਂ ਬੇਚਾਰੇ ਇੱਕਦਮ ਲਾਚਾਰ ਅਤੇ ਬੇਬਸ ਹੋ ਗਏ ਹਨ। ਇਹਨਾਂ 2 ਮਹੀਨਿਆਂ ਵਿੱਚ ਹੀ ਨਾ ਜਾਣੇ ਕਿੰਨੀ ਵਾਰ ਆਸ਼ਾ ਜੀ ਨੇ ਆਪਣੇ ਨੂੰਹ ਪੁੱਤ ਤੋਂ ਖਰੀ ਖੋਟੀ ਸੁਣ ਲਈ। ਹਾਲਾਂਕਿ ਇਲਾਜ ਤਾਂ ਰਮੇਸ਼ ਜੀ ਦੇ ਰਿਟਾਇਰਮੈਂਟ ਦੇ ਪੈਸਿਆਂ ਨਾਲ ਹੀ ਚੱਲ ਰਿਹਾ ਸੀ, ਪਰ ਫਿਰ ਵੀ ਉਹਨਾਂ ਪਰ ਅਹਿਸਾਨ ਜਤਾਇਆ ਜਾ ਰਿਹਾ ਸੀ। ਇੱਕ ਦਿਨ ਆਸ਼ਾ ਜੀ ਦੇ ਕੋਲ ਉਹਨਾਂ ਦੇ ਪਤੀ ਦੇ ਦੋਸਤ ਮੋਹਨ ਜੀ ਦਾ ਫੋਨ ਆਇਆ ਕਿ ਉਹ ਸ਼ਾਮ ਨੂੰ ਰਮੇਸ਼ ਜੀ ਨੂੰ ਮਿਲਣ ਆ ਰਹੇ ਹਨ। ਆਸ਼ਾ ਜੀ ਬਹੁਤ ਖੁਸ਼ ਹੋਈ ਕਿ ਚਲੋ ਜਸਵੀਰ ਦੇ ਪਾਪਾ ਦਾ ਵੀ ਥੋੜ੍ਹਾ ਜਿਹਾ ਦਿਲ ਬਹਿਲ ਜਾਵੇਗਾ। ਜਸਵੀਰ ਨੂੰ ਬੋਲੀ, "ਤੇਰੇ ਪਾਪਾ ਦੇ ਦੋਸਤ ਆ ਰਹੇ ਹਨ ਤਾਂ ਥੋੜ੍ਹਾ ਚਾਹ ਨਾਸ਼ਤੇ ਦਾ ਇੰਤਜ਼ਾਮ ਕਰਨਾ ਹੈ। ਜੋ ਵੀ ਖਰਚਾ ਹੋਵੇਗਾ ਆਪਣੇ ਪਾਪਾ ਦੇ ਪੈਸਿਆਂ ਵਿੱਚ ਤੋਂ ਕੱਟ ਲੈਣਾ।" ਉਹਨਾਂ ਦਾ ਨਾਮ ਸੁਣਦੇ ਹੀ ਰਮੇਸ਼ ਜੀ ਦੇ ਦਿਲ ਵਿੱਚ ਇੱਕ ਨਵੀਂ ਊਰਜਾ ਸੀ ਦੌੜ ਗਈ, ਪਰ ਨੂੰਹ ਨੇ ਕੁਝ ਵੀ ਬਣਾਉਣੇ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਸ਼ਾ ਜੀ ਨੇ ਕਿਸੇ ਤਰ੍ਹਾਂ ਲੰਗੜਾਉਂਦੇ ਹੋਏ ਸਾਰਾ ਕੰਮ ਕੀਤਾ। ਸ਼ਾਮ ਨੂੰ ਜਦ ਉਹਨਾਂ ਦੇ ਦੋਸਤ ਮਿਲਣ ਆਏ ਤਾਂ ਰਮੇਸ਼ ਜੀ ਬਹੁਤ ਖੁਸ਼ ਹੋਏ। ਉਹ ਆਪਣੀ ਪਤਨੀ ਆਸ਼ਾ ਜੀ ਅਤੇ ਨੂੰਹ ਨਾਲ ਉਹਨਾਂ ਨੂੰ ਮਿਲਵਾਉਣ ਲੱਗੇ। ਜਸਵੀਰ ਨਾਲ ਮਿਲ ਕੇ ਉਹਨਾਂ ਦੇ ਦੋਸਤ ਬੋਲੇ, "ਅੱਜ ਤੂੰ ਜੋ ਕੁਝ ਵੀ ਹੈ ਆਪਣੇ ਮਾਤਾ ਪਿਤਾ ਜੀ ਦੀ ਵਜ੍ਹਾ ਨਾਲ ਹੀ ਹੈ। ਤੇਰੀ ਮਾਤਾ ਜੀ ਨੇ ਤਾਂ ਤੇਰੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਛੱਡੀ। ਸਾਰਾ ਕੰਮ ਸੰਭਾਲਦੇ ਹੋਏ ਵੀ ਕਦੀ ਉਫ ਤੱਕ ਨਹੀਂ ਕੀਤੀ। ਇੰਨਾ ਸਭ ਕਰਨਾ ਆਸਾਨ ਨਹੀਂ ਹੁੰਦਾ। ਹੁਣ ਤੇਰੀ ਵਾਰੀ ਹੈ ਇਹਨਾਂ ਨੂੰ ਸੁੱਖ ਦੇਣ ਦੀ। ਆਪਣੇ ਮਾਤਾ ਪਿਤਾ ਦਾ ਹਮੇਸ਼ਾ ਸਨਮਾਨ ਕਰਨਾ, ਉਹਨਾਂ ਨੂੰ ਕਦੀ ਦੁੱਖ ਨਾ ਦੇਣਾ ਅਤੇ ਉਹਨਾਂ ਦੀ ਸੇਵਾ ਹਮੇਸ਼ਾ ਦਿਲ ਨਾਲ ਕਰਨਾ।" ਉਹ ਹਲੇ ਗੱਲਾਂ ਕਰ ਹੀ ਰਹੇ ਸੀ ਕਿ ਇੰਨੇ ਵਿੱਚ ਨੂੰਹ ਉਹਨਾਂ ਦੀ ਗੱਲ ਕੱਟਦੇ ਹੋਏ ਬੋਲੀ, "ਅੰਕਲ ਜੀ, ਬੁਰਾ ਨਾ ਮੰਨਣਾ, ਪਰ ਇਹ ਕੋਈ ਅਨੋਖੇ ਮਾਂ-ਬਾਪ ਨਹੀਂ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਹੈ। ਇਹਨਾਂ ਨੇ ਕੁਝ ਅਲੱਗ ਨਹੀਂ ਕੀਤਾ ਹੈ। ਹਰ ਕੋਈ ਆਪਣੀ ਔਲਾਦ ਦੇ ਲਈ ਇੰਨਾ ਕੰਮ ਤਾਂ ਕਰਦਾ ਹੀ ਹੈ।" "ਜੀ ਅੰਕਲ ਜੀ, ਪ੍ਰੀਤੀ ਬਿਲਕੁਲ ਸਹੀ ਬੋਲ ਰਹੀ ਹੈ ਅਤੇ ਵੈਸੇ ਵੀ ਅਸੀਂ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਮਾਂ-ਬਾਪ ਨੂੰ ਖੁਸ਼ ਰੱਖਣੇ ਦੀ। ਅਸੀਂ ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਛੱਡੀ।" ਆਪਣੇ ਪੁੱਤ ਨੂੰਹ ਦੀ ਜਲੀ ਕੱਢੀ ਗੱਲਾਂ ਸੁਣ ਕੇ ਆਸ਼ਾ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ। ਉਹ ਸਭ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਸਾਬਿਤ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਆਪਣੇ ਹੰਝੂ ਸਾਫ਼ ਕੀਤੇ ਅਤੇ ਮਹਿਮਾਨ ਨੂੰ ਬੋਲੀ, "ਵੈਸੇ ਤਾਂ ਜਸਵੀਰ ਸਾਡਾ ਬਹੁਤ ਖਿਆਲ ਰੱਖਦਾ ਹੈ, ਬਹੁਤ ਚੰਗਾ ਪੁੱਤ ਹੈ ਅਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ।
ਇੰਨੇ ਵਿੱਚ ਜਸਵੀਰ ਭੜਕਦੇ ਹੋਏ ਬੋਲਿਆ, ਮਾਂ ਪਲੀਜ਼ ਮੇਰੇ ਸਾਹਮਣੇ ਤਾਂ ਚੰਗਾ ਬਣਨੇ ਦਾ ਨਾਟਕ ਨਾ ਕਰੋ। ਤੁਸੀਂ ਹੀ ਇਹਨਾਂ ਨੂੰ ਬੋਲਿਆ ਹੋਵੇਗਾ ਮੈਨੂੰ ਇਹ ਸਭ ਕਹਿਣੇ ਦੇ ਲਈ, ਅਤੇ ਹੁਣ ਭੋਲੀ ਬਣ ਰਹੀ ਹੋ। ਪੁੱਤ ਜਸਵੀਰ ਦੇ ਮੂੰਹ ਤੋਂ ਐਸੇ ਕਠੋਰ ਸ਼ਬਦ ਸੁਣ ਕੇ ਆਸ਼ਾ ਜੀ ਦੀ ਅੱਖਾਂ ਹੰਝੂਆਂ ਨਾਲ ਭਰ ਗਈ। ਬਿਸਤਰ ਪਰ ਪਏ ਹੋਏ ਰਮੇਸ਼ ਜੀ ਨੂੰ ਜਿਵੇਂ ਬਹੁਤ ਬੜਾ ਧੱਕਾ ਲੱਗਿਆ ਅਤੇ ਉਹ ਲੇਟੇ ਲੇਟੇ ਹੀ ਬੋਲ ਪਏ, ਜਿਸ ਪੁੱਤ ਨੂੰ ਇੰਨੇ ਪਿਆਰ ਨਾਲ ਪਾਲਿਆ, ਆਪਣਾ ਜੀਵਨ ਕੁਰਬਾਨ ਕਰ ਦਿੱਤਾ, ਜਿਸ ਪਰ ਉਹੀ ਅੱਜ ਆਪਣੀ ਮਾਂ ਪਿਤਾ ਦੀ ਪਰਵਰਿਸ਼ ਪਰ ਸਵਾਲ ਕਰ ਰਿਹਾ ਹੈ, ਅਤੇ ਉਹ ਵੀ ਆਪਣੀ ਪਤਨੀ ਦੇ ਸਾਹਮਣੇ। ਅਰੇ ਤੇਰੀ ਪਤਨੀ ਨੇ ਤਾਂ ਤੈਨੂੰ ਮੋਹ ਜਾਲ ਵਿੱਚ ਬੰਨ੍ਹ ਲਿੱਤਾ ਹੈ, ਜਿਸ ਦੇ ਕਾਰਨ ਤੈਨੂੰ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ। ਦੂਜੇ ਪਾਸੇ ਜਸਵੀਰ ਦੀ ਗੱਲਾਂ ਸੁਣ ਕੇ ਪ੍ਰੀਤੀ ਇਵੇਂ ਖੁਸ਼ ਹੋ ਗਈ ਜਿਵੇਂ ਉਸ ਨੂੰ ਕੋਈ ਖਜ਼ਾਨਾ ਮਿਲ ਗਿਆ ਹੋਵੇ। ਆਖਿਰ ਉਹ ਜੋ ਚਾਹੁੰਦੀ ਸੀ ਉਹੀ ਤਾਂ ਹੋ ਰਿਹਾ ਸੀ। ਦਰਅਸਲ ਪ੍ਰੀਤੀ ਨੇ ਚਿਕਨੀ ਚੋਪੜੀ ਗੱਲਾਂ ਕਰਕੇ ਜਸਵੀਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸੀ। ਹੁਣ ਤਾਂ ਜਸਵੀਰ ਪ੍ਰੀਤੀ ਦੀ ਹਰ ਗੱਲ ਦਾ ਕਾਇਲ ਸੀ। ਇੱਕ ਦਿਨ ਜਸਵੀਰ ਜਦ ਦਫ਼ਤਰ ਤੋਂ ਵਾਪਿਸ ਆਇਆ ਤਾਂ ਉਸ ਨੂੰ ਆਪਣੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਸੀ। ਪ੍ਰੀਤੀ ਨੇ ਜਦ ਚੈੱਕ ਕੀਤਾ ਤਾਂ ਦੇਖਿਆ ਕਿ ਜਸਵੀਰ ਨੂੰ ਬੁਖਾਰ ਸੀ। ਉਸਦਾ ਸਰੀਰ ਵੀ ਬਹੁਤ ਦਰਦ ਕਰ ਰਿਹਾ ਸੀ। ਪ੍ਰੀਤੀ ਨੇ ਜਾਣ-ਬੁੱਝ ਕੇ ਮਾਂ ਪਿਤਾ ਜੀ ਨੂੰ ਕੁਝ ਨਹੀਂ ਦੱਸਿਆ ਅਤੇ ਸਾਰੀ ਰਾਤ ਜਸਵੀਰ ਦੀ ਸੇਵਾ ਕਰਨੇ ਦਾ ਢੋਂਗ ਕਰਦੀ ਰਹੀ। ਸਵੇਰੇ ਜਦ ਮਾਂ ਨੂੰ ਪਤਾ ਚੱਲਿਆ ਤਾਂ ਜਸਵੀਰ ਦੇ ਕੋਲ ਜਾ ਕੇ ਪੁੱਛਣ ਲੱਗੀ, ਪੁੱਤ ਤੂੰ ਦੱਸਿਆ ਨਹੀਂ ਤੇਰੀ ਤਬੀਅਤ ਖਰਾਬ ਹੈ। ਜੇਕਰ ਪਤਾ ਹੁੰਦਾ ਤਾਂ ਮੈਂ ਕਾੜਾ ਬਣਾ ਦਿੰਦੀ, ਇੱਕਦਮ ਤੋਂ ਠੀਕ ਹੋ ਜਾਂਦਾ। ਇੰਨੇ ਵਿੱਚ ਜਸਵੀਰ ਤਾਨਾ ਮਾਰਦੇ ਹੋਏ ਬੋਲਿਆ, ਤੁਸੀਂ ਤਾਂ ਰਾਤ ਨੂੰ ਘੋੜੇ ਵੇਚ ਕੇ ਸੌ ਗਈ ਸੀ। ਤੁਹਾਨੂੰ ਕਿਆ ਪਤਾ ਮੇਰਾ ਸਰੀਰ ਕਿੰਨਾ ਦਰਦ ਕਰ ਰਿਹਾ ਸੀ। ਵਿਚਾਰੀ ਪ੍ਰੀਤੀ ਨੇ ਪੂਰੀ ਰਾਤ ਜਾਗ ਕੇ ਮੈਨੂੰ ਦਵਾਈ ਦਿੱਤੀ ਅਤੇ ਮੈਨੂੰ ਦਰਦ ਤੋਂ ਰਾਹਤ ਦੇਣ ਲਈ ਮੇਰੀ ਲੱਤਾਂ ਦਬਾਉਂਦੀ ਰਹੀ। ਜਦ ਜਾਗ ਕੇ ਮੈਂ ਕਿਤੇ ਸੌ ਪਾਇਆ। ਜਸਵੀਰ ਦਾ ਐਸਾ ਕਹਿਣ ਨਾਲ ਮੰਨੋ ਆਸ਼ਾ ਜੀ ਦੀ ਜ਼ਿੰਦਗੀ ਭਰ ਦੀ ਮਿਹਨਤ ਪਰ ਕਿਸੇ ਨੇ ਪਾਣੀ ਫੇਰ ਦਿੱਤਾ ਹੋਵੇ। ਆਸ਼ਾ ਜੀ ਬੋਲੀ, ਪੁੱਤ ਦਰਵਾਜ਼ਾ ਬੰਦ ਹੁੰਦਾ ਹੈ ਤੇਰਾ। ਮੈਨੂੰ ਕਿਵੇਂ ਪਤਾ ਚੱਲਦਾ ਕਿ ਤੈਨੂੰ ਕਿਆ ਤਕਲੀਫ ਹੈ। ਵੈਸੇ ਤਾਂ ਤੂੰ ਸਹੀ ਕਿਹਾ, ਤੇਰੀ ਪਤਨੀ ਹੀ ਤੇਰੀ ਸਭ ਕੁਝ ਹੈ। ਅਸੀਂ ਕਦੀ ਤੇਰੇ ਲਈ ਕੁਝ ਨਹੀਂ ਕੀਤਾ। ਇੰਨੇ ਵਿੱਚ ਰਮੇਸ਼ ਜੀ ਬੋਲੇ, ਪੁੱਤ ਮੈਂ ਤਾਂ ਸਾਰਾ ਦਿਨ ਦਫ਼ਤਰ ਦੀ ਜ਼ਿੰਮੇਦਾਰੀ ਵਿੱਚ ਲੱਗਾ ਰਹਿੰਦਾ ਸੀ, ਪਰ ਤੇਰੀ ਮਾਂ ਨੇ ਸਾਰੀ ਰਾਤ ਜਾਗ ਕੇ ਤੇਰਾ ਧਿਆਨ ਰੱਖਿਆ ਹੈ। ਤੈਨੂੰ ਸੁਖੀ ਜਗ੍ਹਾ ਪਰ ਸੁਲਾ ਕੇ ਖੁਦ ਗਿੱਲੇ ਪਰ ਸੌ ਜਾਂਦੀ ਸੀ, ਪਰ ਕਦੀ ਉਫ ਤੱਕ ਨਹੀਂ ਕਰਦੀ ਸੀ। ਐਸੀ ਹੈ ਤੇਰੀ ਮਾਂ। ਤੇਰੇ ਵੱਡੇ ਹੋਣੇ ਪਰ ਤੇਰੇ ਇਮਤਿਹਾਨ ਦੇ ਸਮੇਂ ਪਰ ਵੀ ਜਦ ਤੂੰ ਦੇਰ ਤੱਕ ਜਾਗਦਾ ਸੀ, ਤੇਰੀ ਮਾਂ ਹੀ ਤੇਰੇ ਨਾਲ ਜਾਗਦੀ ਸੀ। ਕਦੀ ਤੈਨੂੰ ਚਾਹ ਬਣਾ ਕੇ ਦਿੰਦੀ ਤਾਂ ਕਦੀ ਤੇਰਾ ਸਿਰ ਦਬਾ ਦਿੰਦੀ। ਮੈਂ ਤਾਂ ਸਿਰਫ ਆਪਣੇ ਪੈਸੇ ਖਰਚ ਕੀਤੇ ਸੀ, ਪਰੰਤੂ ਉਸਨੇ ਤਾਂ ਆਪਣਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਤੇਰੇ ਪਰ ਕੁਰਬਾਨ ਕੀਤੀ ਸੀ। ਅਤੇ ਜਦ ਤੂੰ ਪ੍ਰੀਤੀ ਦੇ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਸੀ ਤਾਂ ਸਾਰੇ ਤੇਰੇ ਖਿਲਾਫ ਸੀ, ਪਰ ਤੇਰੀ ਮਾਂ ਹਮੇਸ਼ਾ ਤੇਰੇ ਨਾਲ ਖੜੀ ਰਹੀ। ਵਿਆਹ ਦੇ ਬਾਅਦ ਵੀ ਉਸਨੇ ਨੂੰਹ ਨੂੰ ਆਪਣੀ ਧੀ ਦੀ ਤਰ੍ਹਾਂ ਹੀ ਪਿਆਰ ਕੀਤਾ, ਪਰ ਉਸਨੇ ਕਦੀ ਤੇਰੀ ਮਾਂ ਨੂੰ ਮਾਂ ਸਮਝਿਆ ਹੀ ਨਹੀਂ। ਉਸਨੇ ਤਾਂ ਬਸ ਤੇਰੇ ਪਰ ਹੀ ਆਪਣਾ ਅਧਿਕਾਰ ਜਮਾਇਆ। ਸਾਡੇ ਇੱਥੇ ਆਉਣੇ ਦੇ ਬਾਅਦ ਵੀ ਤੇਰੀ ਪਤਨੀ ਸਿਰਫ ਤੇਰੀ ਪਸੰਦ ਦਾ ਖਾਣਾ ਬਣਾਉਂਦੀ ਹੈ। ਆਪਣੀ ਬੱਚਤ ਨਾਲ ਮਹਿੰਗਾ ਗਿਫਟ ਲੈ ਕੇ ਆਈ ਹਾਂ, ਇਹ ਕਹਿ ਕੇ ਤੈਨੂੰ ਆਪਣੇ ਮੋਹ ਜਾਲ ਵਿੱਚ ਫਸਾਉਣ ਵਿੱਚ ਕਾਮਯਾਬ ਹੋ ਗਈ। ਹੌਲੀ ਹੌਲੀ ਉਹ ਤੈਨੂੰ ਸਾਡੇ ਤੋਂ ਦੂਰ ਲੈ ਕੇ ਜਾ ਰਹੀ ਹੈ। ਅਸੀਂ ਇਹ ਗੱਲ ਸਮਝ ਰਹੇ ਸੀ, ਪਰ ਅਸੀਂ ਕੁਝ ਨਹੀਂ ਕਿਹਾ, ਕਿਉਂਕਿ ਸਾਨੂੰ ਆਪਣੀ ਪਰਵਰਿਸ਼ ਪਰ ਯਕੀਨ ਸੀ। ਪਰ ਸਾਨੂੰ ਨਹੀਂ ਪਤਾ ਸੀ ਕਿ ਪੁੱਤ
ਇੰਨੀ ਦੂਰ ਚਲਾ ਜਾਵੇਗਾ ਕਿ ਆਪਣੇ ਮਾਂ-ਬਾਪ ਦੀ ਕੁਰਬਾਨੀਆਂ ਪਰ ਹੀ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦੇਵੇਗਾ। ਜਦ ਸਵੇਰੇ ਤੇਰੀ ਮਾਂ ਕਮਰੇ ਵਿੱਚ ਚਾਹ ਨਾਸ਼ਤਾ ਲੈ ਕੇ ਗਈ ਤਾਂ ਤੂੰ ਬੋਲਿਆ ਕਿ ਨਾਸ਼ਤਾ ਇੱਥੇ ਹੀ ਰੱਖ ਕੇ ਚਲੀ ਜਾਓ, ਅਸੀਂ ਬਾਅਦ ਵਿੱਚ ਖਾ ਲਵਾਂਗੇ। ਵਿਚਾਰੀ ਪ੍ਰੀਤੀ ਪੂਰੀ ਰਾਤ ਨਹੀਂ ਸੋਈ। ਉਸ ਨੂੰ ਨੀਂਦ ਪੂਰੀ ਕਰਨ ਦਿਓ। ਪੁੱਤ, ਕੱਲ੍ਹ ਦੀ ਆਈ ਪਤਨੀ ਦੀ ਇੰਨੀ ਚਿੰਤਾ, ਅਤੇ ਜਿਸ ਮਾਂ ਨੇ ਆਪਣੀ ਨੀਂਦ ਦੀ ਪਰਵਾਹ ਨਾ ਕਰਦੇ ਹੋਏ ਤੈਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਅਤੇ ਇਸ ਕਾਬਿਲ ਬਣਾਇਆ ਕਿ ਤੂੰ ਇਸ ਸੰਸਾਰ ਵਿੱਚ ਸਵਾਭਿਮਾਨ ਦੇ ਨਾਲ ਜੀ ਰਿਹਾ ਹੈ, ਉਸੀ ਦੀ ਸਾਰੀਆਂ ਕੋਸ਼ਿਸ਼ਾਂ ਨੂੰ ਤੂੰ ਪਲ ਭਰ ਵਿੱਚ ਠੁਕਰਾ ਦਿੱਤਾ। ਜਸਵੀਰ ਕੁਝ ਬੋਲਣ ਹੀ ਲੱਗਾ ਸੀ, ਪਰ ਉਸਦੀ ਗੱਲ ਕੱਟਦੇ ਹੋਏ ਪਿਤਾ ਜੀ ਬੋਲੇ, ਸੱਚ ਹੀ ਕਿਹਾ ਹੈ ਕਿਸੇ ਨੇ, ਜਦ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਹੋਰ ਕਿਸੇ ਨਾਲ ਕਿਆ ਸ਼ਿਕਾਇਤ ਕਰਨੀ। ਪਰ ਹੁਣ ਪਾਣੀ ਸਿਰ ਤੋਂ ਉੱਪਰ ਜਾ ਚੁੱਕਾ ਹੈ। ਹੁਣ ਮੈਂ ਆਪਣੀ ਪਤਨੀ ਦਾ ਹੋਰ ਅਪਮਾਨ ਬਰਦਾਸ਼ਤ ਨਹੀਂ ਕਰ ਸਕਦਾ। ਪੁੱਤ, ਤੈਨੂੰ ਅਤੇ ਤੇਰੀ ਪਤਨੀ ਨੂੰ ਆਪਣੀ ਖੁਸ਼ਹਾਲ ਜ਼ਿੰਦਗੀ ਮੁਬਾਰਕ ਹੋਵੇ। ਹੁਣ ਅਸੀਂ ਇੱਥੇ ਤੋਂ ਜਾਣਾ ਚਾਹੁੰਦੇ ਹਾਂ। ਸੂਰਜ ਜੀ, ਅੱਜ ਤੁਸੀਂ ਪਹਿਲੀ ਵਾਰ ਬਹੁਤ ਵਧੀਆ ਗੱਲ ਕਹੀ ਹੈ, ਕਿਉਂਕਿ ਦੂਸਰਿਆਂ ਦੇ ਘਰ ਵਿੱਚ ਨੌਕਰਾਂ ਦੀ ਤਰ੍ਹਾਂ ਰਹਿਣ ਤੋਂ ਚੰਗਾ ਹੈ ਆਪਣੇ ਘਰ ਵਿੱਚ ਹੀ ਰਿਹਾ ਜਾਵੇ। ਨੂੰਹ ਬੇਸ਼ਰਮੀ ਨਾਲ ਬੋਲੀ, ਚਲੋ ਦੇਰ ਤੋਂ ਹੀ ਸਹੀ, ਪਰ ਤੁਸੀਂ ਲੋਕਾਂ ਤੋਂ ਮੈਨੂੰ ਛੁਟਕਾਰਾ ਤਾਂ ਮਿਲਿਆ, ਵਰਨਾ ਮੈਂ ਤਾਂ ਸੋਚ ਰਿਹਾ ਸੀ ਕਿ ਮੈਂ ਹੀ ਤੁਹਾਨੂੰ ਪਿੰਡ ਵਿੱਚ ਛੱਡ ਕੇ ਆਵਾਂ। ਪੁੱਤ ਅਤੇ ਨੂੰਹ ਦੀ ਇਨ੍ਹਾਂ ਤੀਰ ਸਮਾਨ ਗੱਲਾਂ ਸੁਣ ਕੇ ਦੋਨੋਂ ਪਤੀ ਪਤਨੀ ਆਪਣਾ ਸਮਾਨ ਸਮੇਟ ਕੇ ਪਿੰਡ ਦੀ ਤਰਫ ਚੱਲ ਪਏ, ਪਰ ਆਪਣਾ ਅਪਮਾਨ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਪਾਇਆ। ਦੋਵੇਂ ਲੋਕ ਰਾਤ ਨੂੰ ਘਰ ਪਹੁੰਚੇ। ਘਰ ਜਾ ਕੇ ਮਨ ਵਿੱਚ ਢੇਰ ਸਾਰਾ ਦੁੱਖ ਲਿੱਤੇ ਹੋਏ ਉਹ ਦੋਵੇਂ ਸੌ ਗਏ ਅਤੇ ਸਵੇਰੇ ਆਪਣੇ ਬਿਸਤਰ ਤੋਂ ਉੱਠੇ ਹੀ ਨਹੀਂ। ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲ ਗਿਆ। ਜਿਵੇਂ ਹੀ ਪੁੱਤ ਅਤੇ ਨੂੰਹ ਨੂੰ ਪਤਾ ਚੱਲਿਆ, ਦੋਵੇਂ ਤੁਰੰਤ ਦਿਖਾਵਾ ਕਰਨੇ ਦੇ ਲਈ ਭੱਜਦੇ ਆਏ। ਸਾਰੇ ਕਿਰਿਆਕਰਮ ਕਰਨੇ ਦੇ ਬਾਅਦ ਜਸਵੀਰ ਨੇ ਘਰ ਨੂੰ ਵੇਚਣੇ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਸ਼ਹਿਰ ਜਾ ਕੇ ਆਰਾਮ ਨਾਲ ਰਹਿ ਸਕੇ। ਜਿਵੇਂ ਹੀ ਪਿਤਾ ਜੀ ਦੇ ਦੋਸਤ ਨੇ ਇਹ ਸੁਣਿਆ ਕਿ ਉਹਨਾਂ ਦਾ ਮਕਾਨ ਵੇਚਿਆ ਜਾ ਰਿਹਾ ਹੈ, ਉਹ ਤੁਰੰਤ ਘਰ ਆਏ ਅਤੇ ਜਸਵੀਰ ਨੂੰ ਬੋਲੇ, ਪੁੱਤ, ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ। ਜਸਵੀਰ ਉਹਨਾਂ ਦੀ ਗੱਲ ਸੁਣਨੇ ਨੂੰ ਤਿਆਰ ਨਹੀਂ ਸੀ। ਜਦ ਹੀ ਉਹਨਾਂ ਨੇ ਕਿਹਾ, ਪੁੱਤ, ਤੁਹਾਡੇ ਪਿਤਾ ਜੀ ਦੇ ਕਮਰੇ ਵਿੱਚ ਜੋ ਅਲਮਾਰੀ ਹੈ ਉਸ ਨੂੰ ਖੋਲ੍ਹੋ। ਜਾਣਨਾ ਨਹੀਂ ਚਾਹੋਗੇ ਕਿ ਤੇਰੇ ਪਿਤਾ ਜੀ ਉਸ ਨੂੰ ਹੱਥ ਕਿਉਂ ਨਹੀਂ ਲਗਾਉਣ ਦਿੰਦੇ ਸੀ। ਜਦ ਹੀ ਉਸ ਨੂੰ ਯਾਦ ਆਇਆ ਕਿ ਉਸ ਨੇ ਕਿੰਨੀ ਵਾਰ ਪਾਪਾ ਦੀ ਅਲਮਾਰੀ ਖੋਲ੍ਹਣੇ ਦੀ ਕੋਸ਼ਿਸ਼ ਕੀਤੀ, ਪਰ ਹਮੇਸ਼ਾ ਪਿਤਾ ਜੀ ਅਲਮਾਰੀ ਖੋਲ੍ਹਦਾ ਦੇਖ ਕੇ ਉਸ ਨੂੰ ਝਿੜਕ ਦਿੰਦੇ ਸੀ। ਉਹ ਤਾਂ ਉਸ ਨੂੰ ਅਲਮਾਰੀ ਦੇ ਕੋਲ ਵੀ ਨਹੀਂ ਆਉਣ ਦਿੰਦੇ ਸੀ। ਪਰ ਅੱਜ ਆਖਿਰਕਾਰ ਰਾਜ ਤੋਂ ਪਰਦਾ ਖੁੱਲ੍ਹਣ ਵਾਲਾ ਸੀ। ਜਿਵੇਂ ਹੀ ਜਸਵੀਰ ਨੇ ਅਲਮਾਰੀ ਖੋਲ੍ਹੀ, ਉਸਦੇ ਅੰਦਰ ਕੁਝ ਪੇਪਰ ਰੱਖੇ ਦਿਖਾਈ ਦਿੱਤੇ। ਜਦ ਉਸ ਨੇ ਉਹ ਕਾਗਜ਼ ਖੋਲ੍ਹ ਕੇ ਦੇਖੇ ਤਾਂ ਸੋਚਿਆ ਕਿ ਕੁਝ ਜ਼ਮੀਨ ਜਾਇਦਾਦ ਦੇ ਕਾਗਜ਼ ਹੋਣਗੇ, ਪਰ ਉਹਨਾਂ ਪੇਪਰਸ ਨੂੰ ਪੜ੍ਹਦੇ ਹੀ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹਨਾਂ ਪਰ ਲਿਖਿਆ ਸੀ ਕਿ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਨੇ ਜਸਵੀਰ ਨੂੰ ਅਨਾਥ ਆਸ਼ਰਮ ਤੋਂ ਗੋਦ ਲਿੱਤਾ ਸੀ। ਜਸਵੀਰ ਦਾ ਦਿਮਾਗ ਘੁੰਮ ਗਿਆ ਅਤੇ ਹੱਥ ਪੈਰ ਸੁੰਨ ਪੈ ਗਏ। ਸਰੀਰ ਵਿੱਚ ਤਾਂ ਜਿਵੇਂ ਜਾਨ ਹੀ ਨਹੀਂ ਰਹੀ ਅਤੇ ਪੇਪਰ ਛੁੱਟ ਕੇ ਜ਼ਮੀਨ ਪਰ ਗਿਰ ਪਏ। ਜਸਵੀਰ ਦੀ ਐਸੀ ਹਾਲਤ ਦੇਖ ਕੇ ਜਦ ਪ੍ਰੀਤੀ ਨੇ ਪੇਪਰ ਚੁੱਕ ਕੇ ਪੜ੍ਹੇ ਤਾਂ ਉਹ ਵੀ ਹੱਕੀ ਬੱਕੀ ਰਹਿ ਗਈ। ਪਿਤਾ ਜੀ ਨੇ ਆਪਣੀ ਸਾਰੀ ਜਾਇਦਾਦ ਅਤੇ ਗਹਿਣੇ ਜਸਵੀਰ ਅਤੇ ਉਸਦੀ ਪਤਨੀ ਦੇ ਨਾਮ ਕਰ ਦਿੱਤੇ ਸੀ। ਹੁਣ ਤਾਂ ਜਸਵੀਰ ਸ਼ਰਮ ਨਾਲ ਜ਼ਮੀਨ ਵਿੱਚ ਦੱਬਿਆ ਜਾ ਰਿਹਾ ਸੀ। ਇਹ ਆਖਿਰ ਕਿਆ ਕਰ ਦਿੱਤਾ ਮੈਂ, ਜਿਨ੍ਹਾਂ ਮਾਤਾ ਪਿਤਾ ਨੇ ਇਸ ਅਨਾਥ ਨੂੰ ਫਰਸ਼ ਤੋਂ ਚੱਕ ਕੇ
ਅਰਸ਼ ਤੱਕ ਪਹੁੰਚਾਇਆ ਇੱਕ ਨਵਾਂ ਜੀਵਨ ਦਿੱਤਾ। ਮੇਰੀ ਸਾਰੀਆਂ ਖੁਸ਼ੀਆਂ ਅਤੇ ਇੱਛਾਵਾਂ ਨੂੰ ਮਹੱਤਵ ਦਿੰਦੇ ਹੋਏ ਆਪਣੀ ਜ਼ਿੰਦਗੀ ਨੂੰ ਇੱਕ ਪਾਸੇ ਰੱਖ ਦਿੱਤਾ। ਉਹਨਾਂ ਨੂੰ ਮੈਂ ਕੁਝ ਦਿਨ ਆਪਣੇ ਘਰ ਵਿੱਚ ਵੀ ਜਗ੍ਹਾ ਨਹੀਂ ਦੇ ਪਾਇਆ ਅਤੇ ਜਲੀਲ ਕਰਕੇ ਉਹਨਾਂ ਨੂੰ ਵਾਪਿਸ ਭੇਜ ਦਿੱਤਾ। ਲਾਹਨਤ ਹੈ ਮੇਰੇ ਪਰ ਜੋ 2 ਵਕਤ ਦੀ ਰੋਟੀ ਵੀ ਮੈਂ ਉਹਨਾਂ ਨੂੰ ਨਾ ਖਿਲਾ ਸਕਿਆ। ਅੱਜ ਉਹ ਖੁਦ ਨਾਲ ਵੀ ਨਜ਼ਰਾਂ ਨਹੀਂ ਮਿਲਾ ਪਾ ਰਿਹਾ ਸੀ। ਇਹਨਾਂ ਸਭ ਘਟਨਾਵਾਂ ਤੋਂ ਹੈਰਾਨ ਹੋਈ ਪ੍ਰੀਤੀ ਥੋੜ੍ਹੀ ਦੇਰ ਦੇ ਲਈ ਤਾਂ ਕੁਝ ਨਾ ਬੋਲ ਸਕੀ, ਪਰ ਖੁਦ ਨੂੰ ਸੰਭਾਲਿਆ ਤਾਂ ਜਸਵੀਰ ਨੂੰ ਕਿਹਾ ਕਿ ਗੁਨਾਹਗਾਰ ਤਾਂ ਮੈਂ ਹਾਂ ਜੋ ਉਮਰ ਭਰ ਤੁਹਾਡੇ ਮਾਂ-ਬਾਪ ਦੇ ਖਿਲਾਫ ਤੁਹਾਡੇ ਮਨ ਵਿੱਚ ਜ਼ਹਿਰ ਘੋਲਦੀ ਰਹੀ। ਉਸਦੀ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸੀ, ਪਰ ਹੁਣ ਕੀਤਾ ਵੀ ਕਿਆ ਜਾ ਸਕਦਾ ਸੀ। ਜਦ ਸਾਰੇ ਲੋਕ ਚਲੇ ਗਏ ਤਾਂ ਉੱਥੇ ਤੋਂ ਉੱਠ ਕੇ ਜਸਵੀਰ ਮਾਂ-ਪਿਤਾ ਜੀ ਦੀ ਫੋਟੋ ਦੇ ਅੱਗੇ ਗੋਡੇ ਟੇਕ ਕੇ ਮਾਫ਼ੀ ਮੰਗਣ ਲੱਗਾ। ਮਾਂ-ਪਿਤਾ ਜੀ, ਮੈਨੂੰ ਮਾਫ਼ ਕਰ ਦਿਓ। ਸਾਡੇ ਤੋਂ ਬਹੁਤ ਵੱਡਾ ਪਾਪ ਹੋ ਗਿਆ ਹੈ। ਆਪਣੇ ਪੁੱਤ ਹੋਣ ਤੱਕ ਦਾ ਫਰਜ਼ ਮੈਂ ਨਹੀਂ ਨਿਭਾ ਪਾਇਆ। ਮਾਂ-ਪਿਤਾ ਜੀ ਦੀ ਫੋਟੋ ਦੇ ਅੱਗੇ ਰੋਂਦੇ-ਰੋਂਦੇ ਉਸਦੀ ਅੱਖ ਲੱਗ ਗਈ। ਅਚਾਨਕ ਉਸ ਨੂੰ ਲੱਗਾ ਕਿ ਕਿਸੇ ਨੇ ਉਸਦੇ ਸਿਰ ਪਰ ਹੱਥ ਫੇਰਿਆ ਅਤੇ ਬੋਲਿਆ ਕਿ ਕਾਸ਼ ਤੂੰ ਸਾਨੂੰ ਜਿਉਂਦੇ ਜੀ ਇਹ ਸਨਮਾਨ ਅਤੇ ਥੋੜ੍ਹਾ ਜਿਹਾ ਪਿਆਰ ਦੇ ਦਿੱਤਾ ਹੁੰਦਾ ਤਾਂ ਅਸੀਂ ਸਕੂਨ ਨਾਲ ਮਰਦੇ। ਹੁਣ ਜਦ ਤੈਨੂੰ ਆਪਣੇ ਕੀਤੇ ਦਾ ਪਛਤਾਵਾ ਹੋ ਚੁੱਕਿਆ ਹੈ ਤਾਂ ਸਾਨੂੰ ਆਪਣੀ ਤਪੱਸਿਆ ਦਾ ਫਲ ਮਿਲ ਗਿਆ। ਹੁਣ ਅਸੀਂ ਚੈਨ ਨਾਲ ਮੁਕਤੀ ਪਾ ਸਕਾਂਗੇ। ਜਸਵੀਰ ਅਚਾਨਕ ਨੀਂਦ ਤੋਂ ਜਾਗ ਗਿਆ। ਸਾਹਮਣੇ ਦੇਖਿਆ ਤਾਂ ਕੋਈ ਨਹੀਂ ਸੀ, ਪਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਉਸਦੇ ਮਾਤਾ-ਪਿਤਾ ਹੀ ਸੀ, ਕਿਉਂਕਿ ਉਸਦੀ ਮਾਂ ਉਸ ਨੂੰ ਬਚਪਨ ਵਿੱਚ ਇਵੇਂ ਹੀ ਸਿਰ ਪਰ ਹੱਥ ਫੇਰ ਕੇ ਆਸ਼ੀਰਵਾਦ ਦਿੰਦੀ ਸੀ। ਉਸਨੇ ਆਪਣੇ ਮਾਤਾ-ਪਿਤਾ ਨੂੰ ਧੰਨਵਾਦ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਉਸ ਘਰ ਨੂੰ ਵੇਚੇਗਾ ਨਹੀਂ ਅਤੇ ਉੱਥੇ ਹੀ ਇੱਕ ਬਿਰਧ ਆਸ਼ਰਮ ਬਣਵਾਏਗਾ ਅਤੇ ਉੱਥੇ ਰਹਿਣ ਵਾਲਿਆਂ ਦੀ ਜੀਵਨ ਭਰ ਸੇਵਾ ਕਰੇਗਾ। ਕੁਝ ਲੋਕਾਂ ਦਾ ਪਿਆਰ ਕਦੀ ਘੱਟ ਨਹੀਂ ਹੁੰਦਾ ਅਤੇ ਉਹਨਾਂ ਮਹਾਨ ਲੋਕਾਂ ਨੂੰ ਮਾਤਾ-ਪਿਤਾ ਕਹਿੰਦੇ ਹਨ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।